ਲੱਦਾ ਪੁੱਤਰ ਝੋਲੀ ਦੇ ਵਿੱਚ ਹੈ। ਉਹ ਦਿਨ ਬਾ ਦਿਨ ਜਿਹੜਾ ਹੈ ਉਹਦਾ ਪਹਿਲਾ ਜਨਮ ਦਿਨ, ਦੂਜਾ ਜਨਮ ਦਿਨ, ਤੀਜਾ ਦਿਨ ਜਵਾਨੀ ਦੇ ਵਿੱਚ ਕਦਮ ਰੱਖਿਆ ਤੇ ਇੱਥੋਂ ਤੱਕ ਮਾਂ ਨੇ ਕਹਿ ਦਿੱਤਾ ਅੱਜ ਪੁੱਤਰ ਮੇਰਾ ਜਿਹੜਾ ਹੈ ਉਹ ਜਵਾਨ ਹੋ ਗਿਆ ਹੈ, ਮੇਰਿਆਂ ਮੋਢਿਆਂ ਤੱਕ ਆ ਰਿਹਾ ਹੈ। ਪਰ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਜਿਹਨੂੰ ਕਿਤੇ ਮੇਰਾ ਮੋਰ, ਜਿਹਨੂੰ ਕਿਤੇ ਮੇਰਾ ਤਿੱਤਰ, ਜਿਹਨੂੰ ਕਿਤੇ ਮੇਰਾ ਸੁੱਖਾਂ ਲੱਦਾ ਕਹਿੰਦੀ ਸੀ, ਜਿਹਨੂੰ ਕਹਿੰਦੀ ਸੀ ਇਹ ਮੇਰਾ ਪਿਆਰਾ ਹੈ, ਪਰ ਇਹਨੂੰ ਇਹ ਨਹੀਂ ਸੀ ਪਤਾ ਮਾਲਕ ਦੇ ਘਰ ਦੇ ਵਿੱਚੋਂ ਕਿਸ ਦਿਨ ਜਿਹੜਾ ਹੈ ਉਹ ਸੱਦਾ ਜਿਹੜਾ ਹੈ ਉਹ ਆ ਜਾਣਾ ਹੈ। ਕਿਉਂਕਿ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ, ਇਸ ਕਰਕੇ ਇਹ ਭਾਈ ਸੱਦਨਹਾਰਾ ਸਿਮਰਿਐ ਨਾਨਕ ਸੇ ਦੇਹ ਅਵਨ। ਮਾਂ ਨੂੰ ਨਹੀਂ ਸੀ ਪਤਾ ਕਿ ਇਹ ਪੁੱਤਰ ਜਿਹੜਾ ਹੈ ਬਸ ਇੱਕ ਦੋ ਦਿਨ ਦੀ ਹੋਰ ਖੇਡ ਹੈ ਤੇ ਮੇਰੇ ਹੱਥਾਂ ਦੇ ਵਿੱਚੋਂ ਨਿਕਲ ਜਾਵੇਗਾ। ਕਵਿਰਾਜ ਜੀ ਕਹਿੰਦੇ ਇੱਕ ਦੋਏ ਦਿਨ ਤਿਸ ਕੋ ਤਾਪ ਆਵਾ, ਉਹਨੂੰ ਇੱਕ ਦੋ ਦਿਨ ਜਿਹੜਾ ਸੀ ਨਾ ਤੇਜ ਬੁਖਾਰ ਜਿਹੜਾ ਹੈ ਉਹ ਚੜਿਆ ਹੈ ਜੀ। ਤਾਤ ਕਾਲ ਤਿਸ ਤਨ ਬਿਨ ਸਾਵਾ, ਤੇ ਛਿਨ ਭਰ ਦੇ ਵਿੱਚ ਦੇਖਦਿਆਂ ਕੋਈ ਇਲਾਜ ਨਾ ਉਭੜਿਆ, ਕੋਈ ਜਿਹੜਾ ਹੈ ਦਵਾ ਦਾਰੂ ਜਿਹੜਾ ਕੰਮ ਨਾ ਕੀਤਾ ਤੇ ਆਂਦੇ ਛਿਨ ਭਰ ਦੇ ਅੰਦਰ ਉਹ ਪੁੱਤਰ ਜਿਹੜਾ ਸੁੱਖਾਂ ਲੱਦਾ ਉਹਦੇ ਸਾਹਮਣੇ ਜਵਾਨ ਹੋਇਆ। ਉਹ ਇੱਕ ਛਿਨ ਭਰ ਦੇ ਅੰਦਰ ਜਿਹੜਾ ਸੀ ਅਕਾਲ ਚਲਾਣਾ ਕਰ ਗਿਆ ਹੈ ਜੀ। ਆਦੀ ਨਿਸ਼ਾ ਹੋਤੀ ਤਿਸ ਕਾਲਾ, ਜਿਸ ਸਮੇਂ ਉਸ ਪੁੱਤਰ ਦੀ ਮੌਤ ਹੋਈ ਉਸ ਸਮੇਂ ਅੱਧੀ ਰਾਤ ਭਾਵ ਰਾਤ 12 ਵਜੇ ਦਾ ਦਰਮਿਆਨਾ ਟਾਈਮ ਹੈ ਜੀ। ਰੁਦਤ ਬਰੇਤਾ ਪਿਕ ਸੁਤ ਗਰ ਸਕਾਲਾ, ਹੁਣ ਜਿਸ ਮਾਂ ਦਾ ਜਵਾਨ ਪੁੱਤਰ ਮਰ ਜਾਵੇ ਤੇ ਉਹਨੂੰ ਹੌਸਲਾ ਕਿੱਥੇ ਹੈ। ਕਵਿਰਾਜ ਕਹਿੰਦੇ ਪਏ ਨੇ ਕਿ ਉਹ ਬਿਰਧ ਮਾਤਾ ਨੇ ਆਪਣੇ ਪੁੱਤਰ ਦੀ ਲੋਥ ਦੇਖੀ ਤੇ ਉੱਚੀ ਉੱਚੀ ਉਸੇ ਸਮੇਂ ਅੱਧੀ ਰਾਤ ਨੂੰ ਉਹਨੇ ਜਿਹੜਾ ਹੈ ਆਪਣੇ ਪੁੱਤਰ ਨੂੰ ਜਿਹੜਾ ਹੈ ਜਮਾਂ ਦੀ ਫਾਹੀ ਦੇ ਵਿੱਚ ਗਰਸਿਆ ਦੇਖਿਆ ਤੇ ਉੱਚੀ ਉੱਚੀ ਰੋਣ ਬੈਠੀ ਹੈ ਜੀ। ਸੌਂਕ ਕਰਤ ਬਿਰਲਾਪ ਪੁਕਾਰਾ, ਉਹ ਦੁਖੀ ਹੋ ਕਰਕੇ ਵਿਰਲਾਪ ਕਰਦੀ ਪਈ ਹੈ ਤੇ ਪੁਕਾਰ ਕਰਦੀ ਪਈ ਹੈ ਜੀ। ਹੇ ਸੁਤ ਮੈਂ ਅਬਲੋ ਤੁਝ ਪਾਰਾ, ਕਹਿਣ ਲੱਗੀ ਹੇ ਮੇਰੇ ਪੁੱਤਰ, ਹੇ ਮੇਰੇ ਅੱਖਾਂ ਦੇ ਤਾਰੇ, ਹੇ ਮੇਰੇ ਪਿਆਰੇ, ਤੂੰ ਤਾਂ ਇੱਕੋ ਇੱਕ ਜਿਹੜਾ ਮੇਰਾ ਲੋਤਾ ਪੁੱਤਰ ਸੀ। ਸੁਖ ਤੇਰੋ ਨੇ ਦੇਖਣ ਕੀਨਾ, ਬੜੇ ਕਸ਼ਟ ਭਰੀ ਕਠਿਨਾਈ ਦੇ ਵਿੱਚ ਦੇਖ ਆਪਣੇ ਮਨ ਨੂੰ ਗੱਲਾਂ ਕਰ ਰਹੀ ਹੈ ਇਹ ਮਾਂ। ਕਹਿਣ ਲੱਗੀ ਮੇਰੇ ਮਿਹਰਾਂ ਦੇ ਸਾਈਂ ਦਾ ਸਾਇਆ ਜਿਹੜਾ ਹੈ ਸਿਰ ਤੋਂ ਉੱਠਣਾ ਕੀਤਾ, ਦੁਨੀਆ ਦੇ ਤਾਨੇ ਤੇ ਮੇਨੇ ਸਹੇਰਦਿਆਂ ਹੋਇਆ ਮੈਂ ਤੈਨੂੰ ਜਿਹੜਾ ਸੀ ਬੜੇ ਚਾਵਾਂ ਤੇ ਲਾਡਾਂ ਦੇ ਨਾਲ ਪਾਲਿਆ। ਮੈਨੂੰ ਨਹੀਂ ਪਤਾ ਕਿ ਤੂੰ ਕਿਸ ਟਾਈਮ ਜਿਹੜਾ ਹੈ ਉਹ ਜਵਾਨ ਹੋ ਗਿਆ, ਪਰ ਬਿਲਕੁਲ ਸੱਚਾਈ ਇਹ ਹੈ ਮੈਂ ਬੜੇ ਦੁੱਖਾਂ ਤੇ ਤਕਲੀਫਾਂ ਦਾ ਸਮਾਂ ਕੱਟ ਕੇ ਜਿਹੜਾ ਸੀ ਤੈਨੂੰ ਪਾਲਿਆ ਸੀ, ਜਵਾਨ ਕੀਤਾ। ਜਦੋਂ ਹੁਣ ਤੇਰੇ ਜਵਾਨ ਹੁੰਦਿਆਂ ਮੈਨੂੰ ਇਹ ਉਮੀਦ ਸੀ ਕਿ ਤੂੰ ਮਾਂ ਨੂੰ ਪਾਣੀ ਦਾ ਘੁੱਟ ਫੜਾਏਗਾ, ਤੂੰ ਮਾਂ ਦੇ ਲਈ ਕਮਾ ਕੇ ਲਿਆਵੇਂਗਾ, ਪਰ ਅਚਨਚੇਤ ਹੋਇਆ ਕਿ ਪੁੱਤਰ ਤੂੰ ਇੱਕੋ ਇੱਕ ਮੇਰਾ ਪੁੱਤਰ ਸੀ, ਸੁਖ ਤੇਰੋ ਨਹਿ ਦੇਖਣ ਕੀਨਾ, ਤੂੰ ਤਾਂ ਉਹ ਸਮੇਂ ਤੋਂ ਪਹਿਲਾਂ ਹੀ ਸੰਸਾਰ ਤੋਂ ਚਲਾ ਗਿਆ, ਤੈਨੂੰ ਜਵਾਨ ਕਰਨ ਦਾ ਮੈਨੂੰ ਫਾਇਦਾ ਕੀ ਹੋਇਆ। ਹੁਣ ਤੇ ਮੈਂ ਤੇਰੀ ਜਵਾਨੀ ਦੇ ਵਿੱਚ ਵਡੇਪਾ ਆਪਣਾ ਕੱਟਣਾ ਸੀ, ਸੁੱਖ ਭੋਗਨੇ ਸੀ, ਪਰ ਤੂੰ ਸੁੱਖਾ ਲੱਦਿਆ, ਤੂੰ ਤੇ ਮੇਰੇ ਤੋਂ ਵੀ ਪਹਿਲਾਂ ਸੰਸਾਰ ਨੂੰ ਜਿਹੜਾ ਹੈ ਉਹ ਅਲਵਿਦਾ ਕਹਿ ਗਿਆ। ਦਿਓ ਕਹਾ ਤੂੰ ਮੋਹ ਬਹੀਨਾ, ਮੈਨੂੰ ਇਕੱਲੀ ਨੂੰ ਛੱਡ ਕੇ ਮੇਰੇ ਸੁੱਖਾਂ ਲੱਦਿਆ ਤੂੰ ਕਿੱਥੇ ਚਲਾ ਗਿਆ ਹੈ। ਅੱਗੇ ਸੰਗ ਲਿਓ ਹੈ ਨੰਦਨ, ਹੇ ਮੇਰੇ ਪੁੱਤਰ ਤੂੰ ਕੱਲਾ ਕਿਉਂ ਚਲਾ ਗਿਆ, ਤੂੰ ਮੈਨੂੰ ਆਪਣੇ ਨਾਲ ਜਿਹੜਾ ਹੈ ਕਿਉਂ ਨਹੀਂ ਲੈ ਕੇ ਗਿਆ। ਮੈਂ ਕਰ ਹੋ ਨਿਜ ਪ੍ਰਾਨ ਨਕੰਦਨ, ਹੁਣ ਤੇਰੇ ਤੋਂ ਬਗੈਰ ਮੇਰਾ ਜੀਣ ਦਾ ਕੀ ਫਾਇਦਾ, ਇੱਕੋ ਇੱਕ ਆਸਰਾ ਸੀ ਤੂੰ, ਹੁਣ ਤੇਰੇ ਤੋਂ ਬਗੈਰ ਮੈਂ ਵੀ ਆਪਣੇ ਪ੍ਰਾਣਾਂ ਦੀ ਅਹੂਤੀ ਜਿਹੜੀ ਹੈ ਮੈਂ ਵੀ ਜਿਹੜਾ ਹੈ ਆਪਣੇ ਆਪ ਨੂੰ ਮਾਰ ਮੁਕਾ ਲਵਾਂਗੀ। ਕਹਾਂ ਕਰੋ ਜੈ ਕੈ ਪਛਤਾਤੀ, ਤੇ ਹੁਣ ਤੇਰੇ ਤੋਂ ਬਗੈਰ ਕਾਹਦਾ ਪਛਤਾਪ ਤੇ ਤਾਂ ਕਰੀਏ ਕਿ ਅੱਗੇ ਕੁਝ ਜਿਹੜਾ ਹੈ ਉੱਭੜਦਾ ਹੋਵੇ, ਪਛਤਾਪ ਤਾਂ ਕਰੀਏ ਅੱਗੇ ਕੁਝ ਲੱਭਦਾ ਹੋਵੇ। ਉਹ ਵਜੀਦੇ ਨੇ ਬੜਾ ਸੁੰਦਰ ਇੱਕ ਖਿਆਲ ਦਿੱਤਾ ਹੈ।
ਉਹ ਕਹਿਣ ਲੱਗਾ ਇੱਕ ਦੇ ਘਰ ਹੋਵੇ ਧੀ ਤੇ ਅੱਗੇ ਉਹਦੇ ਘਰ ਪੁੱਤਰ ਜਾਂ ਧੀਆਂ ਖੇਡਦੇ ਹੋਣ ਤੇ ਉਧਰ ਦਾਦੀ ਨੂੰ ਜਿਹੜੇ ਨੇ ਉਹ ਸੋਹਣੇ ਲੱਗਦੇ ਨੇ ਤੇ ਦੂਜੇ ਪਾਸੇ ਨਾਨਕਿਆਂ ਦੇ ਵਿੱਚ ਨਾਨੀ ਨੂੰ ਉਹ ਦੋਤਰੇ ਤੇ ਦੋਤੀਆਂ ਜਿਹੜੀਆਂ ਨੇ ਸੋਹਣੀਆਂ ਲੱਗਦੀਆਂ ਨੇ, ਪਰ ਇੱਕ ਹੋਵੇ ਸੰਸਾਰ ਦੇ ਉੱਤੇ ਤੇ ਉਹ ਵੀ ਮਰ ਜਾਵੇ। ਤੇ ਵਜੀਦਾ ਕਹਿੰਦਾ ਉੱਥੇ ਕਿ ਦੱਸ ਰੱਬ ਨੂੰ ਕਿੱਦਾਂ ਕਹੀਏ ਤੂੰ ਏਦਾਂ ਨਹੀਂ ਤੇ ਏਦਾਂ ਕਰ ਲੈਂਦਾ। ਉੱਥੇ ਉਹ ਬੜੀਆਂ ਸੋਹਣੀਆਂ ਸਤਰਾਂ ਲਿਖਦਾ। ਉਹ ਕਹਿੰਦਾ ਇੱਕ ਨਾ ਦੇ ਘਰ ਪੁੱਤ ਤਿੰਨਾ ਘਰ ਪੋਤਰੇ, ਇੱਕ ਨਾ ਦੇ ਘਰ ਧੀ ਤਿੰਨਾ ਘਰ ਦੋਤਰੇ, ਇੱਕ ਨਾ ਦੇ ਘਰ ਹੋਵੇ ਇੱਕ ਉਹ ਵੀ ਜਾਵੇ ਮਰ। ਵਜੀਦਾ ਕੌਣ ਸਾਹਿਬ ਨੂੰ ਆਖੇ ਇੰਜ ਨਹੀਂ ਇੰਜ ਕਰ, ਭਾਵ ਇੱਕੋ ਇੱਕੋ ਤਾਰਾ ਹੋਵੇ ਅੱਖਾਂ ਦਾ ਉਹ ਵੀ ਮਰ ਜਾਵੇ ਤੇ ਅੱਗੇ ਜਿਹੜੀ ਹੈ ਉਹ ਰਾਹ ਕੋਈ ਦਿਸਦਾ ਹੈ। ਕਹਿਣ ਲੱਗੇ ਹੇ ਮੇਰੇ ਪੁੱਤਰ, ਲਾਸ਼ ਜਿਹੜੀ ਹੈ ਸਾਹਮਣੇ ਪਈ ਹੈ, ਪੁੱਤਰ ਦੀ ਲਾਸ਼ ਨਾਲ ਗੱਲਾਂ ਕਰਦੀ ਪਈ ਹੈ। ਕਹਿਣ ਲੱਗੀ ਸੁੱਖਾ ਲੱਦਿਆ ਹੁਣ ਤੇਰੇ ਤੋਂ ਬਗੈਰ ਪਿੱਛੇ ਪਛਤਾਵਾ ਕਾਹਦਾ, ਇੱਥੇ ਤੇ ਕੋਈ ਜਿਹੜਾ ਹੈ ਰਾਹ ਨਹੀਂ ਲੱਭਦਾ ਜੀ। ਇੱਕ ਅਲਮ ਤੋਂ ਮਮ ਸੁਖ ਥਾਤੀ, ਇੱਕੋ ਇੱਕ ਆਸਰਾ ਸੀ ਮੇਰੇ ਸੁੱਖਾਂ ਦਾ। ਹੇ ਮੇਰੇ ਪੁੱਤਰ, ਉਹ ਵੀ ਆਸਰਾ ਮੇਰੇ ਕੋਲੋਂ ਜਿਹੜਾ ਹੈ ਅੱਜ ਚਲਾ ਗਿਆ ਹੈ। ਇਤਿਆਦਿਕ ਬਹੁ ਊਚ ਪੁਕਾਰਤ, ਇਸ ਪ੍ਰਕਾਰ ਬੜਾ ਉੱਚੀ ਉੱਚੀ ਰੋ ਰਹੀ ਹੈ ਤੇ ਆਪਣੇ ਅੰਦਰ ਦਾ ਭਾਂਬੜ ਜਿਹੜਾ ਹੈ ਦੁੱਖ ਦਾ ਉਹ ਬਾਹਰ ਕੱਢ ਰਹੀ ਹੈ ਜੀ। ਮਾਨਸੋਂ ਕਮੇ ਕੇਸ ਉਖਾਰਤ, ਅਤੇ ਇੰਨਾ ਕਿ ਇਹਨੂੰ ਜਿਹੜਾ ਹੈ ਦੁੱਖ ਲੱਗਾ ਕਿ ਉਹ ਦੁੱਖ ਦੇ ਮਾਰਿਆਂ ਆਪਣੇ ਸਰੀਰ ਦੀ ਸੁੱਧ ਪੁੱਜ ਵੀ ਇਹ ਭੁੱਲ ਗਈ। ਹੋਇਆ ਕਿ ਆਪਣੇ ਕੇਸਾਂ ਨੂੰ ਪਕੜ ਕਰਕੇ ਉਹਨਾਂ ਨੂੰ ਇਹਨੇ ਪੁੱਟਣਾ ਸ਼ੁਰੂ ਕਰ ਦਿੱਤਾ ਹੈ ਜੀ। ਸਿਰ ਪੀੜਤ ਉੱਚੀ ਤੁਨ ਰੋਈ, ਸਿਰ ਨੂੰ ਪੁੱਟਦੀ ਹੈ, ਸਿਰ ਦੇ ਉੱਤੇ ਦੁਹੱਖਾਂ ਮਾਰਦੀ ਹੈ ਤੇ ਉੱਚੀ ਉੱਚੀ ਰੋਈ ਜਾ ਰਹੀ ਹੈ ਜੀ। ਅਤ ਸੰਕਟ ਤੇ ਚੀਰ ਨਾ ਹੋਈ, ਇੰਨੇ ਵੱਡੇ ਸੰਕਟ ਦੇ ਵਿੱਚ ਕੋਈ ਧੀਰਜ ਦੇਣ ਵਾਲਾ ਕੋਲ ਨਹੀਂ ਤੇ ਬਿਲਕੁਲ ਸਚਾਈ ਸੰਗਤ ਜੀ, ਜਿਹਦਾ ਇੱਕੋ ਇੱਕ ਜਿਹੜਾ ਹੈ ਆਸਰਾ ਹੋਵੇ, ਉਸ ਮਾਂ ਦਾ ਪੁੱਤਰ ਚਲਾ ਜਾਵੇ ਤੇ ਉਹਨੂੰ ਧੀਰਜ ਜਿਹੜਾ ਹੈ ਉਹ ਕੌਣ ਦੇ ਸਕਦਾ। ਆਪਾਂ ਕਹਿ ਤੇ ਦਿੰਨੇ ਬੜਾ ਸੌਖਾ ਕਿ ਰੱਬ ਦਾ ਭਾਣਾ ਏ ਤੇ ਬਿਲਕੁਲ ਸਚਾਈ ਹੈ। ਬਾਣੀ ਕਹਿੰਦੀ ਜਿਸ ਤਨ ਲਾਗੈ ਸੋਈ ਜਾਣੈ, ਅਵਰ ਕੈ ਜਾਣੇ ਪੀਰ ਪਰਾਈ ਜੀਓ। ਜਿਹਨੂੰ ਲੱਗਾ ਹੋਵੇ ਤੀਰ ਦਰਦ ਉਹ ਜਾਣਦਾ ਹੈ, ਦੂਜੇ ਨੂੰ ਉਸ ਤੀਰ ਲੱਗੇ ਦਾ ਦਰਦ ਜਿਹੜਾ ਹੈ ਕੁਝ ਨਹੀਂ ਹੋ ਸਕਦਾ। ਘੜੀ ਪਲ ਦਾ ਮੇਲਾ ਹੈ, ਆਉਣਗੇ ਬੈਠਣਗੇ ਹਾਲ ਚਾਲ ਪੁੱਛਣਗੇ ਦਰਵਾਜ਼ਾ ਦੇਣਗੇ ਤੇ ਚਲੇ ਜਾਣਗੇ। ਜਿਹੜਾ ਸਮਾਂ ਉਹਨੇ ਕੱਟਣਾ ਹੈ ਕੱਲੀ ਨੇ, ਉਹਦੇ ਨਾਲ ਕੋਈ ਵੀ ਉਹਦਾ ਵਾਲੀ ਵਾਰਸ ਨਹੀਂ। ਕਵੀ ਰਾਜ ਜੀ ਕਹਿੰਦੇ ਪਏ ਨੇ ਕਿ ਇਸ ਤਰ੍ਹਾਂ ਉਹਨੇ ਬੜਾ ਉੱਚੀ ਉੱਚੀ ਰੋਣਾ ਕੀਤਾ ਹੈ ਜੀ। ਜਾਮ ਜਾਮਨੀ ਜਬਰ ਸੇਖ, ਦੂਸਰੇ ਪਾਸੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਜਿਹੜੇ ਨੇ ਆਪਣੇ ਨਿਤਨੇਮ ਨੂੰ ਜਿਹੜਾ ਨੇ ਉਹ ਤਿਆਗਦੇ ਨਹੀਂ। ਆਂਦੇ ਕੀ ਹੋਇਆ, ਜਿਸ ਸਮੇਂ ਇੱਕ ਪਹਿਰ ਰਾਤ ਰਹਿੰਦਿਆਂ ਜਿਹੜਾ ਸੀ ਸਮਾਂ ਆਇਆ ਹੈ ਜੀ। ਉਠੇ ਜਾਗਤਾ ਪ੍ਰਭੂ ਬਸੇਖ, ਉਹ ਆਪਣੇ ਨਿਤ ਦੀ ਕਿਰਿਆ ਨਿਤ ਦੇ ਨਿਤਨੇਮ ਅਨੁਸਾਰ ਪਿਛਲ ਰਾਤੀ ਜਿਹੜਾ ਹੈ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਉੱਠਣਾ ਕੀਤਾ ਹੈ ਜੀ। ਵਿਧਵਾ ਨੇ ਨਿਜ ਸੁਤ ਉਚਵਾਏ, ਹੁਣ ਮਰੇ ਹੋਏ ਪੁੱਤਰ ਨੂੰ ਉਹਨੇ ਆਪਣੇ ਗਵਾਂਢੀਆਂ ਨੂੰ ਕਹਿ ਕਰਕੇ, ਕਿਸੇ ਰਾਹਗੀਰ ਨੂੰ ਕਹਿ ਕਰਕੇ ਉਹ ਪੁੱਤਰ ਦੀ ਲੋਥ ਜਿਹੜੀ ਉੱਥੋਂ ਚੱਕੀ ਤੇ ਧੰਨ ਗੁਰੂ ਅਮਰਦਾਸ ਜੀ ਦੇ ਦਰਬਾਰ ਦੇ ਸਨਮੁਖ ਲਿਆ ਕਰਕੇ ਬਰੂਹਾਂ ਦੇ ਵਿੱਚ ਜਿਹੜੀ ਹੈ ਰੱਖ ਦਿੱਤੀ ਹੈ ਜੀ। ਗੁਰੂ ਦਵਾਰ ਪਰ ਪਾਵੋ ਆਏ, ਗੁਰੂ ਜੀ ਦੇ ਦਵਾਰ ਦੇ ਉੱਤੇ ਆ ਕਰਕੇ ਉਸ ਲੋਥ ਨੂੰ ਲਟਾ ਦਿੱਤਾ ਹੈ ਜੀ। ਰੋਦਤ ਉੱਚੀ ਧੁਨ ਕੋ ਕਰਕੇ, ਤੇ ਉੱਚੀ ਉੱਚੀ ਰੋਂਦੀ ਹੋਈ ਜਿਹੜੀ ਹੈ ਇੱਕ ਧੁਨ ਦੇ ਵਿੱਚ ਆਵਾਜ਼ਾਂ ਰੋਂਦੀਆਂ ਕੱਢ ਰਹੀ ਹੈ ਜੀ। ਤੇ ਸਿਨ ਕਾਨ ਭਰੀ ਸਤਿਗੁਰ ਕੇ, ਹੁਣ ਗੁਰੂ ਅਮਰਦਾਸ ਜੀ ਵੀ ਜਿਹੜੇ ਨੇ ਉੱਠੇ ਹੋਏ ਨੇ ਅੰਮ੍ਰਿਤ ਵੇਲੇ ਆਪਣੀ ਨਿਤ ਦੀ ਕਿਰਿਆ ਨੂੰ ਸਾਂਭਣ ਵਾਸਤੇ। ਆਂਦੇ ਜਦੋਂ ਇਹਨੇ ਉੱਚੀ ਉੱਚੀ ਰੁਦਨ ਜਿਹੜਾ ਹੈ ਸ਼ੁਰੂ ਕੀਤਾ ਤੇ ਉਹ ਆਵਾਜ਼ ਜਿਹੜੀ ਹੈ ਨਾ ਧੰਨ ਗੁਰੂ ਅਮਰਦਾਸ ਜੀ ਦੇ ਕੰਨਾਂ ਵਿੱਚ ਪਈ ਹੈ ਜੀ। ਦੁਖੀ ਬਿਲਾਪਤ ਸੁਣਤ ਕਿਰਪਾਲ, ਇੱਕ ਦੁਖੀ ਨੂੰ ਵਿਰਲਾਪ ਕਰਦਿਆਂ ਜਦੋਂ ਧੰਨ ਗੁਰੂ ਅਮਰਦਾਸ ਜੀ ਨੇ ਆਪਣੇ ਕੰਨਾਂ ਦੇ ਨਾਲ ਉਹਦਾ ਚੀਕ ਤੇ ਚਹਾੜਾ ਜਿਹੜਾ ਹੈ ਸੁਣਨਾ ਕੀਤਾ ਹੈ। ਸਹਿ ਨਾ ਸਕੇ ਰਿਦੇ ਤਿਸ ਕਾਲ, ਗੁਰੂ ਅਮਰਦਾਸ ਜੀ ਦਾ ਹਿਰਦਾ ਦੇਖੋ
ਕੈਸੋ ਜਾ ਹੈ ਕਵਿਰਾਜ ਜੀ ਬਿਆਨ ਕਰ ਰਹੇ ਨੇ। ਕਹਿਣ ਲੱਗੇ ਇੱਕ ਦੁਖੀ ਤੇ ਵਿਰਲਾਪ ਕਰਦੀ ਹੋਈ ਮਾਂ ਦੀਆਂ ਜਦੋਂ ਚੀਕਾਂ ਤੇ ਚਹਾਟਾਂ ਸੁਣੀਆਂ ਧੰਨ ਗੁਰੂ ਅਮਰਦਾਸ ਜੀ ਨੇ, ਉਹਨਾਂ ਦੇ ਹਿਰਦੇ ਤੋਂ ਰਹਿ ਨਹੀਂ ਹੋਇਆ ਜੀ। ਨਿਕਟ ਦੇਖ ਬੱਲੂ ਸੰਗ ਕਹਿਓ। ਉਹਨਾਂ ਦਾ ਅਨਲ ਸਿੱਖ ਭਾਈ ਬੱਲੂ ਜਿਹੜਾ ਹੈ ਉਸ ਸਮੇਂ ਪਾਸ ਬੈਠਾ ਹੈ ਤੇ ਧੰਨ ਗੁਰੂ ਅਮਰਦਾਸ ਜੀ ਭਾਈ ਬੱਲੂ ਨੂੰ ਕਹਿੰਦੇ ਨੇ, ਭਾਈ ਬੱਲੂ ਸਾਡੀ ਗੱਲ ਸੁਣ। ਕੌਣ ਬਿਰਲਾ ਪਤ ਦੁਖ ਜਿਨ ਲਹੀਓ। ਕਹਿਣ ਲੱਗੇ ਜਾਓ ਦੇਖਣਾ ਕਰੋ ਕਿਹੜੀ ਇਸਤਰੀ ਹੈ ਜਿਹੜੀ ਬਾਹਰ ਇਤਨਾ ਵਿਰਲਾਪ ਕਰ ਰਹੀ ਹੈ ਜੀ। ਜਾਹੋ ਨਿਕਟ ਤਿਸ ਰੂਦਨ ਹਟਾਵੋ। ਉਹਨੂੰ ਜਾ ਕੇ ਰੋਕਣਾ ਕਰੋ, ਉਹਦਾ ਰੋਣਾ ਜਿਹੜਾ ਹੈ ਬੰਦ ਕਰਵਾਉਣਾ ਕਰੋ ਜੀ। ਧੀਰਜ ਦੇ ਕਰ ਇਮ ਸਮਝਾਓ। ਉਹਨੂੰ ਧੀਰਜ ਦਵੋ, ਇਸ ਤਰ੍ਹਾਂ ਸਮਝਾਉਣਾ ਕਰ ਭਲੀਏ ਨਾ ਰੋ। ਇਸ ਟਾਈਮ ਜਿਹੜਾ ਹੈ ਰੋਈਦਾ ਨਹੀਂ ਹੈ ਜੀ। ਅੰਮ੍ਰਿਤ ਵੇਲਾ ਸਭ ਫਲਵਾਰ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿਣ ਲੱਗੇ ਧੰਨ ਗੁਰੂ ਅਮਰਦਾਸ ਜੀ ਉਹਨੂੰ ਜਾ ਕੇ ਕਹੋ, ਹੇ ਭਲੀਏ ਇਹ ਅੰਮ੍ਰਿਤ ਵੇਲਾ ਹੈ। ਅੰਮ੍ਰਿਤ ਵੇਲੇ ਸਾਰੇ ਫਲ ਰੱਬ ਜਿਹੜਾ ਹੈ ਉਹ ਝੋਲੀ 'ਚ ਪਾ ਦਿੰਦਾ ਹੈ, ਰੋਈਦਾ ਨਹੀਂ ਹੋਈਦਾ। ਤੇ ਬਾਣੀ ਪੜ੍ਹ ਰਹੇ ਸਾਂ, ਬਾਣੀ ਨੇ ਬਿਲਕੁਲ ਸਪਸ਼ਟ ਇਹਨਾਂ ਗੱਲਾਂ ਦਾ ਹਵਾਲਾ ਦਿੱਤਾ ਹੈ। ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ, ਕਰਮੀ ਆਵੇ ਕਪੜਾ ਨਦਰੀ ਮੋਖ ਦੁਆਰ। ਮੇਰੇ ਬਾਬੇ ਨੇ ਕਿਹਾ ਚੱਲ ਲੱਗ ਗਏ ਉਠ ਨਾਮ ਜਪ, ਨਿਸਬਾਸਰ ਅਰਾਧ ਕਾਰਾ ਤੁਝੇ ਨਾ ਵਿਆਪਈ, ਨਾਨਕ ਮਿਟੈ ਉਪਾਦ। ਮੇਰੇ ਮਾਲਕ ਨੇ ਫਿਰ ਕਿਹਾ ਪਹਿਲੇ ਪਹਿਰੇ ਪਛੜਾ ਵਾਹਿਗੁਰੂ ਪੰਕਤੀਆਂ ਵਿਸਰੀਆਂ। ਉੱਥੇ ਮੇਰੇ ਪਾਤਸ਼ਾਹ ਕਹਿੰਦੇ ਪਏ ਨੇ, ਹੇ ਭਾਈ ਪਹਿਲੇ ਪਹਿਰੇ ਫੁੱਲੜਾ ਫਲ ਪੀ ਪਛਿਆ ਰਾਤ, ਜੋ ਜਗਨ ਲਹਨ ਸੇ ਸਾਈ ਕੰਨੋ ਦਾਤ। ਭਲਿਆ ਉੱਠ ਤਾਂ ਸਹੀ, ਅੰਮ੍ਰਿਤ ਵੇਲੇ ਤੈਨੂੰ ਰੱਬ ਫੁੱਲ ਨਹੀਂ ਨਾਲ ਉਸ ਫੁੱਲ ਦੇ ਫਲ ਵੀ ਜਿਹੜਾ ਹੈ ਉਹ ਤਬਦੀਲ ਕਰਵਾਏਗਾ। ਭਾਵ ਤੈਨੂੰ ਜਿਹੜੀਆਂ ਦਾਤਾਂ ਜਿਹੜੀਆਂ ਉਹ ਮਿਲਣਗੀਆਂ। ਜਿਹੜੇ ਜਾਗ ਪੈਂਦੇ ਨੇ ਅੰਮ੍ਰਿਤ ਵੇਲੇ ਉਹ ਸਾਈਂ ਦੇ ਦਰਬਾਰ ਦੇ ਵਿੱਚੋਂ ਜਿਹੜੀਆਂ ਨੇ ਦਾਤਾਂ ਪ੍ਰਾਪਤ ਕਰ ਲੈਂਦੇ ਨੇ। ਨਾਲ ਹੀ ਮੇਰੇ ਪਾਤਸ਼ਾਹ ਨੇ ਇੱਕ ਹੋਰ ਬਚਨ ਕਿਹਾ, ਕਹਿਣ ਲੱਗੇ ਦਾਤੀ ਸਾਹਿਬ ਸੰਧੀਆਂ ਕਿਆ ਚੱਲੈ ਤਿਸ ਨਾਲ, ਇੱਕ ਜਗੰਦਿਆਂ ਨਾਲ ਹਨ ਇੱਕ ਉੱਠਿਆਂ ਇੱਕ ਸੁੱਤਿਆਂ ਦੇ। ਉੱਥੇ ਮੇਰੇ ਪਾਤਸ਼ਾਹ ਕਹਿੰਦੇ, ਹੈ ਭਾਈ ਉਹ ਅਕਾਲ ਪੁਰਖ ਵਾਹਿਗੁਰੂ ਦੇ ਘਰ ਦੇ ਵਿੱਚ ਐਦਾਂ ਦੀਆਂ ਦਾਤਾਂ ਨੇ ਜਿਹੜੀਆਂ ਉਹਨੇ ਆਪ ਰੱਖੀਆਂ ਹੋਈਆਂ ਨੇ। ਜਿਹੜੇ ਅੰਮ੍ਰਿਤ ਵੇਲੇ ਉੱਠ ਜਾਂਦੇ ਨੇ ਉਹਨਾਂ ਦੀ ਝੋਲੀ ਜਿਹੜੀ ਹੈ ਨਕੋ ਨਕ ਮੇਰਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਉਹ ਭਰ ਦਿੰਦਾ। ਭਾਈ ਗੁਰਦਾਸ ਜੀ ਨੂੰ ਪੜ੍ਹੋ, ਭਾਈ ਗੁਰਦਾਸ ਜੀ ਨੇ ਵੀ ਕਹਿਣਾ ਕੀਤਾ ਹੈ, ਕੁਰਬਾਨੀ ਤਿੰਨਾ ਗੁਰਸਿੱਖਾਂ ਪਿਛਲ ਰਾਤੀ ਉੱਠ ਬਹੰਦੇ, ਕੁਰਬਾਨੀ ਤਿੰਨਾ ਗੁਰਸਿੱਖਾਂ ਅੰਮ੍ਰਿਤ ਵੇਲੇ ਸਰ ਨਾ ਵੰਦੇ, ਕੁਰਬਾਨੀ ਤਿੰਨਾ ਗੁਰਸਿੱਖਾਂ ਹੋਏ ਇੱਕ ਮਨ ਗੁਰ ਜਾਪ ਜਪੰਦੇ। ਉਹ ਬਚਨ ਧੰਨ ਗੁਰੂ ਅਮਰਦਾਸ ਜੀ ਕਹਿਣ ਲੱਗੇ, ਅੰਮ੍ਰਿਤ ਵੇਲਾ ਸਭ ਫਲ ਵਾਰੇ। ਹੇ ਭਾਈ ਬੱਲੂ ਇਹਨੂੰ ਜਾ ਕੇ ਕਹਿ ਅੰਮ੍ਰਿਤ ਵੇਲਾ ਹੈ ਤੇ ਅੰਮ੍ਰਿਤ ਵੇਲਾ ਉਹ ਸਮਾਂ ਹੈ ਜਿਸ ਦੇ ਵਿੱਚ ਸਾਰੇ ਫਲ ਜਿਹੜੇ ਨੇ ਉਹ ਗੁਰੂ ਘਰ ਦੇ ਵਿੱਚੋਂ ਜਿਹੜੇ ਨੇ ਸਰੀਰ ਨੂੰ ਪ੍ਰਾਪਤ ਹੋ ਜਾਂਦੇ ਨੇ। ਇੱਕ ਮਹਾਤਮਾ ਜੀ ਦੇ ਬਚਨ ਸਨ ਧਿਆਨ ਦੇ ਨਾਲ। ਉਹ ਜਦੋਂ ਮਿਲਣਾ ਹੋਇਆ ਤੇ ਉਹ ਕਹਿਣ ਲੱਗੇ, ਭਾਈ ਸਾਹਿਬ ਜਿਹੜਾ ਅੰਮ੍ਰਿਤ ਵੇਲਾ ਹੈ ਨਾ ਉਹਦੇ ਵਿੱਚ ਦਾਤਾਂ ਜਿਹੜੀਆਂ ਨੇ ਉਹ ਸੁਖੈਣੀਆਂ ਮਿਲ ਜਾਂਦੀਆਂ ਨੇ। ਉਹਨਾਂ ਦਾ ਕਹਿਣ ਤੋਂ ਭਾਵ ਸੀ ਕਿ ਇਹ ਸੁਖੈਣੀਆਂ ਇਸ ਕਰਕੇ ਮਿਲ ਜਾਂਦੀਆਂ ਨੇ ਭਾਈ ਸਾਹਿਬ ਜੀ ਕਿ ਅੰਮ੍ਰਿਤ ਵੇਲੇ ਕੋਈ ਵਿਰਲਾ ਜਾਗਦਾ ਹੈ ਤੇ ਜਦੋਂ ਕੋਈ ਵਿਰਲਾ ਜਾਗਦਾ ਹੈ ਤੇ ਉਹਨਾਂ ਦੀ ਲਾਈਨ, ਉਹਨਾਂ ਦੀ ਕਤਾਰ, ਉਹਨਾਂ ਦੀ ਗਿਣਤੀ ਘੱਟ ਹੁੰਦੀ ਹੈ। ਤੇ ਜਦੋਂ ਗਿਣਤੀ ਦੇ ਵਿੱਚ ਘੱਟ ਹੋਣ, ਲਾਈਨ ਕਤਾਰ ਛੋਟੀ ਹੋਵੇ ਤੇ ਛੇਤੀ ਰੱਬ ਦੇ ਘਰ ਵਿੱਚ ਜਿਹੜੀ ਫਰਿਆਦ ਸੁਣੀ ਜਾਂਦੀ ਹੈ। ਜਦੋਂ ਅੰਮ੍ਰਿਤ ਵੇਲਾ ਲੰਘ ਜਾਵੇ ਤੇ ਅਨੇਕ ਹੀ ਆ ਕਰਕੇ ਕਤਾਰਾਂ ਦੇ ਵਿੱਚ ਜੁੜ ਜਾਂਦੇ ਨੇ, ਫਲ ਉਹਨਾਂ ਨੂੰ ਵੀ ਮਿਲਦੇ ਨੇ। ਪਰ ਅੰਮ੍ਰਿਤ ਵੇਲੇ ਦੀ ਮਹਾਨਤਾ ਇਹ ਹੈ ਕਿ ਫਲ ਜਿਹੜਾ ਹੈ ਉਹ ਛੇਤੀ ਮਿਲ ਜਾਂਦਾ ਹੈ। ਮੇਰੇ ਪਾਤਸ਼ਾਹ ਕਹਿੰਦੇ ਇਹ ਅੰਮ੍ਰਿਤ ਵੇਲਾ ਹੈ, ਇੱਥੇ ਸਾਰੇ ਫਲ ਮਿਲਦੇ ਨੇ। ਭਾਈ ਬੱਲੂ
ਜਾ ਕੇ ਉਹਨੂੰ ਜਿਹੜਾ ਹੈ ਸਮਝਾਉਣਾ ਕਰੋ। ਪ੍ਰਭ ਸਿਮਰਨ ਕੋ ਨਾਮ ਸੰਗ ਪਹਾਰੋ। ਰੋਣਾ ਬੰਦ ਕਰ ਦੇ, ਉਹਨੂੰ ਕਹਿਣਾ ਕਰ ਭਾਈ ਬੱਲੂ ਕਿ ਪ੍ਰਭੂ ਦੇ ਨਾਮ ਨੂੰ ਜਿਹੜਾ ਹੈ ਸਿਮਰਨਾ ਕਰੋ। ਸਿਮਾ ਕਰੋ ਹੋਵਨ ਲੱਗ ਪਰਾਤੀ। ਉਹ ਪਰਮਾਤਮਾ ਜਿਹੜਾ ਹੈ ਤੁਹਾਡੇ ਦੁੱਖਾਂ ਨੂੰ ਮਿਟਾ ਦੇਵੇਗਾ, ਅੰਮ੍ਰਿਤ ਵੇਲਾ ਹੋਣ ਵਾਲਾ ਹੈ, ਇਹਨੂੰ ਕਹਿ ਨਾ ਰੋ। ਉਹਦੇ ਸੂਰ ਤੇ ਦੁੱਖ ਹੋਏ ਹਾਤੀ। ਜਿਸ ਦੁੱਖ ਦੇ ਕਰਕੇ ਇਹ ਰੋ ਰਹੀ ਹੈ ਨਾ, ਉਹਦਾ ਦੁੱਖ ਜਿਹੜਾ ਹੈ ਸੂਰਜ ਚੜ੍ਹਦਿਆਂ ਸਾਰ ਹੀ ਜਿਹੜਾ ਹੈ ਖਤਮ ਹੋ ਜਾਵੇਗਾ। ਬੱਲੂ ਸੁਣ ਕਰ ਬਾਹਰ ਆਵੋ। ਹੁਣ ਭਾਈ ਬੱਲੂ ਨੇ ਇਹ ਬਚਨ ਸੁਣੇ ਤੇ ਉਹ ਗੁਰੂ ਦਰਬਾਰ ਦੇ ਵਿੱਚੋਂ ਬਾਹਰ ਆ ਗਿਆ ਹੈ ਜੀ। ਦੇਖ ਬਿਰਦਾ ਕੋ ਤਬ ਸਮਝਾਵੋ। ਉਸ ਸਮੇਂ ਉਸ ਬਿਰਧ ਮਾਂ ਦੇ ਲਾਗੇ ਜੋ ਵਿਧਵਾ ਹੈ, ਪੁੱਤਰ ਵੀ ਖੋ ਚੁੱਕੀ ਹੈ, ਉਹਦੇ ਕੋਲ ਆ ਕਰਕੇ ਇਸ ਤਰ੍ਹਾਂ ਸਮਝਾਉਣਾ ਕੀਤਾ ਹੈ। ਸਤਿਗੁਰੂ ਆਗਿਆ ਦੀਨ ਸਤੋਹੇ। ਕਹਿਣ ਲੱਗਾ ਮਾਂ, ਸਤਿਗੁਰੂ ਗੁਰੂ ਅਮਰਦਾਸ ਜੀ ਨੇ ਤੁਹਾਨੂੰ ਇਹ ਹੁਕਮ ਕੀਤਾ ਹੈ ਜੀ। ਅੰਮ੍ਰਿਤ ਸਮੇਂ ਤੂਸਨੀ ਹੋ। ਇਹ ਅੰਮ੍ਰਿਤ ਵੇਲਾ ਹੈ, ਤੁਸੀਂ ਤੂਸਨੀ ਹੋ ਜਾਓ, ਭਾਵ ਤੁਸੀਂ ਚੁੱਪ ਕਰ ਜਾਓ, ਨਾ ਰੋਵੋ ਜੀ। ਹੋਤ ਪਰਤ ਤਬ ਨੰਦਨ ਤੇਰਾ। ਜਦੋਂ ਹੁਣ ਸਵੇਰ ਹੋਵੇਗੀ ਉਦੋਂ ਤੇਰਾ ਪੁੱਤਰ ਦੇਹ ਜਵਾਏ ਨਾ ਕਰਹੀ ਦੇਰਾ। ਗੁਰੂ ਅਮਰਦਾਸ ਜੀ ਉਹਨੂੰ ਜਿੰਦਾ ਕਰ ਦੇਣਗੇ, ਦੇਰ ਨਹੀਂ ਲਾਉਣਗੇ ਜੀ। ਸ਼ਬਦ ਰੁਦਨ ਕੋ ਨਹੀਂ ਉਠਾਵੋ। ਸੋ ਇਸ ਕਰਕੇ ਹੁਣ ਤੁਸੀਂ ਆਪਣੇ ਸ਼ਬਦਾਂ ਦਾ ਰੋਣਾ ਧੋਣਾ ਜਿਹੜਾ ਹੈ ਨਾ ਕਰਨਾ ਕਰੋ। ਬੈਠੀ ਰਹੋ ਰਾਮ ਗੁਣ ਗਾਵੋ। ਤੇ ਇੱਕ ਚਿੱਤ ਹੋ ਕਰਕੇ ਇਥ ਲੋਥ ਦੇ ਲਾਗੇ ਹੀ ਬੈਠੀ ਰਹਿ ਤੇ ਪ੍ਰਭੂ ਦੀ ਕੀਰਤੀ ਜਿਹੜੀ ਹੈ ਉਹ ਗਾਉਣੀ ਕਰ। ਧਿਆਨ ਦੇਣਾ, ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ। ਮਤ ਮੈਂ ਪਿੱਛੇ ਕੋਈ ਰੋਵ ਸੀ, ਸੋ ਮੈਂ ਮੂਲ ਨਾ ਪਾਇਆ। ਮਰ ਗਏ ਪ੍ਰਾਨੀ ਦੇ ਪਿੱਛੇ ਰੋਣਾ ਰੱਬ ਨੂੰ ਚੰਗਾ ਨਹੀਂ ਲੱਗਦਾ। ਕਹਿਣ ਲੱਗਾ ਭਾਈ ਬੱਲੂ, ਤੇਰਾ ਪੁੱਤਰ ਜਿੰਦਾ ਹੋ ਜਾਵੇਗਾ, ਇੱਥੇ ਰੱਬ ਦਾ ਜਿਹੜਾ ਹੈ ਉਹ ਸਿਮਰਨ ਕਰਨਾ ਕਰ। ਸੁਣ ਬੱਲੂ ਕੇ ਬਚ ਸੁਖ ਵਾਰੇ। ਹੁਣ ਜਦੋਂ ਭਾਈ ਬੱਲੂ ਦੇ ਬਚਨ ਉਸ ਮਾਂ ਨੇ ਸੁਣੇ ਤੇ ਹਿਰਦੇ ਨੂੰ ਜਿਹੜਾ ਹੈ ਸੁਖ ਪਹੁੰਚਿਆ ਹੈ। ਜੇ ਪੁੱਤਰ ਨੇ ਸੱਚੇ ਚਿਤ ਧਾਰੇ। ਉਹ ਮਾਂ ਤੇ ਪੁੱਤਰ ਦੀ ਲੋਥ ਚੱਕ ਕੇ ਗੁਰੂ ਅਮਰਦਾਸ ਜੀ ਦੇ ਸਨਮੁਖ ਲਿਆਈ ਹੀ ਤਾਂ ਸੀ ਕਿ ਉਹਨੂੰ ਇਹ ਵਿਸ਼ਵਾਸ ਸੀ ਕਿ ਗੁਰੂ ਅਮਰਦਾਸ ਜੀ ਦੇ ਘਰ ਦੇ ਵਿੱਚੋਂ ਜਿਹੜੀ ਹੈ ਮੈਂ ਖਾਲੀ ਨਾ ਮੁੜਾਂਗੀ। ਬਿਲਕੁਲ ਇਹ ਸੱਚ ਹੈ। ਜਦੋਂ ਅਸੀਂ ਗੁਰੂ ਦਰਬਾਰ ਦੇ ਅੰਦਰ ਅਰਦਾਸ ਕਰਨ ਲਈ ਪਹੁੰਚਦੇ ਹਾਂ, ਤੇਰਾ ਨਿਹਚਾ ਹੋਣਾ ਚਾਹੀਦਾ ਹੈ। ਉਹ ਪ੍ਰਮਾਤਮਾ ਜਿਹੜੇ ਅੱਗੇ ਅਰਦਾਸ ਕਰ ਰਿਹਾ ਹੈ ਨਾ, ਉਹ ਅੰਤਰਜਾਮੀ ਹੈ। ਜਿਹਦੇ ਅੱਗੇ ਅਰਦਾਸ ਕਰ ਰਿਹਾ ਹੈ ਉਹ ਰਾਖਾ ਹੈ। ਜਿਹਦੇ ਅੱਗੇ ਅਰਦਾਸ ਕਰ ਰਿਹਾ ਹੈ ਉਹ ਦਾਤਾਂ ਸਾਰੀਆਂ ਦੇਣ ਵਾਲਾ ਹੈ। ਜਿਹਦੇ ਅੱਗੇ ਅਰਦਾਸ ਕਰ ਰਿਹਾ ਹੈ ਨਾ, ਉਹ ਇਸ ਤਰ੍ਹਾਂ ਆਪਣੇ ਜੀਵਨ ਦੇ ਵਿੱਚ ਸਮਾਰ ਕਰੀ ਅਰਦਾਸ ਦਾ ਕਿ ਉਹ ਹਰ ਥਾਂ ਤੇਰੀ ਜਿਹੜੀ ਹੈ ਸਹਾਇਤਾ ਕਰ ਰਿਹਾ ਹੈ। ਅਰਦਾਸ ਦੇ 4 ਅੱਖਰ ਐੜਾ, ਰਾਰਾ, ਦੱਦਾ ਤੇ ਸੱਸਾ, ਇਹ ਚਾਰੇ ਅੱਖਰ ਇਸ ਗੱਲ ਦੀ ਗਿਆਤਾ ਕਰਦੇ ਨੇ। ਇਹ ਭਾਈ ਜਿਸ ਅੱਗੇ ਅਰਦਾਸ ਕਰ ਰਿਹਾ ਹੈ ਨਾ, ਬਸ ਨਿਹਚਾ ਬਣਾ ਕੇ ਆਈ ਕਿ ਜੋ ਮੰਗਣ ਲੱਗਾ ਏ ਉਹਦੇ ਘਰ ਦੇ ਵਿੱਚੋਂ ਮਿਲ ਜਾਵੇਗਾ। ਤੂੰ ਜਿਹੜਾ ਹੈ ਵਾਪਸ ਖਾਲੀ ਨਹੀਂ ਮੁੜੇਗਾ। ਮਾਂ ਤੇ ਆਈ ਹੀ ਇਸ ਨਿਸ਼ਚੇ ਨੂੰ ਹਿਰਦੇ ਦੇ ਵਿੱਚ ਧਾਰ ਕੇ ਸੀ। ਹੁਣ ਜਦੋਂ ਭਾਈ ਬੱਲੂ ਨੇ ਇਹ ਬਚਨ ਕਹੇ ਤੇ ਨਾਲ ਹੀ ਨਿਹਚਾ ਹੋ ਗਿਆ ਕਿ ਵਾਕਈ ਹੀ ਗੁਰੂ ਅਮਰਦਾਸ ਜੀ ਮੇਰੇ ਪੁੱਤਰ ਨੂੰ ਜਿਹੜਾ ਹੈ ਉਹ ਸਵੇਰੇ ਜਿਹੜੇ ਨੇ ਜਿੰਦਾ ਕਰ ਦੇਣਗੇ। ਧਿਆਨ ਦੇਣਾ, ਮੀਂਹ ਨਾ ਪਵੇ ਪਿੰਡ ਦੇ ਵਿੱਚ ਸੰਗੀ ਸਾਥੀਆਂ ਨੇ ਅਰਦਾਸ ਦੇ ਲਈ ਇੱਕ ਫਲਸਫਾ ਚੁਣਿਆ। ਕਹਿਣ ਲੱਗੇ ਅਸੀਂ ਅਰਦਾਸ ਕਰੀਏ, ਰੱਬ ਜਿਹੜਾ ਹੈ ਮੀਂਹ ਪਾਵੇਗਾ। ਇੱਕ ਟੇਕ ਹੈ ਨਾ ਅਰਦਾਸ ਦੇ ਉੱਤੇ ਖਲੋਤੀ ਹੋਈ ਤੇ ਹੁਣ ਸਾਰੇ ਅਰਦਾਸ ਕਰਨ ਲਈ ਤੁਰੇ ਤੇ ਇੱਕ ਬੱਚਾ ਜਿਹੜਾ ਸੀ ਨਾ, ਉਹਨੇ ਹੱਥ ਦੇ ਵਿੱਚ ਛਤੜੀ ਰੱਖ ਲਈ, ਭਾਵ ਛਾਤਾ ਰੱਖ ਲਿਆ, ਅੰਬਰੇਲਾ ਉਹ ਫੜਿਆ ਤੇ ਉਹਨੇ ਜਦੋਂ ਅਰਦਾਸ ਕਰਨ ਲੱਗੇ ਤੇ ਉਹ ਛਾਤਾ ਜਿਹੜਾ ਨਾ ਉਹਨੂੰ ਖੋਲ ਲਿਆ। ਹੁਣ ਉੱਥੇ ਸਿਆਣੇ ਵੀ ਬੈਠੇ ਸਨ, ਉਹ ਕਹਿਣ ਲੱਗੇ ਭਲਿਆ ਤੂੰ ਛਤੜੀ ਕੱਲ ਹੀ ਫੜੀ ਫਿਰਦਾ। ਕਹਿਣ ਲੱਗਾ ਆਪਾਂ ਕਰਨ ਲੱਗੇ ਆ ਅਰਦਾਸ, ਤੇ ਜਦੋਂ ਅਰਦਾਸ ਹੋਵੇਗੀ ਤੇ ਮੇਰਾ ਵਿਸ਼ਵਾਸ ਹੈ ਕਿ ਮੀਂਹ ਰੱਬ ਜਿਹੜਾ ਹੈ ਉਹ ਪਵਾਏਗਾ, ਤੇ ਜਦੋਂ ਮੀਂਹ ਪਵੇਗਾ ਮੈਂ ਭੇਜਦੇ ਨੇ ਘਰ ਨੂੰ ਥੋੜਾ ਜਾਣਾ। ਇੰਨਾ ਅਕੀਦਾ ਪ੍ਰਿੰਸੀਪਲ ਸਤਬੀਰ ਸਿੰਘ ਜੀ ਕਹਿੰਦੇ ਅਰਦਾਸ ਸ਼ਕਤੀ ਦੇ ਵਿੱਚ ਇੰਨਾ ਅਕੀਦਾ ਤੇਰੀ ਅਰਦਾਸ ਦੇ ਉੱਤੇ ਹੋਣਾ ਚਾਹੀਦਾ ਹੈ ਕਿ ਤੂੰ ਅਰਦਾਸ ਕਰਨ ਲੱਗਾ ਤੇ ਤੇਰਾ ਵਿਸ਼ਵਾਸ ਹੋਏ
ਤੇ ਨਹੀਂ ਤਾਂ ਡਾਵਾਂ ਡੋਲ ਜਦੋਂ ਸਰੀਰ ਹੁੰਦਾ ਪਤਾ ਨਹੀਂ ਕਰ ਦਿੰਦੇ ਆ ਮਿਲਣਾ ਕਿ ਨਹੀਂ ਮਿਲਣਾ। ਜਦੋਂ ਇਦਾਂ ਸੋਚਾਂਗੇ ਫਿਰ ਕੁਝ ਵੀ ਨਹੀਂ ਮਿਲਣਾ। ਇਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਘਰ ਦੇ ਵਿੱਚ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ, ਉਹ ਸਭ ਕੁਝ ਹੈਗਾ ਹੈ। ਮੇਰੇ ਪਾਤਸ਼ਾਹ ਕਹਿੰਦੇ ਪਏ ਨੇ, ਭਾਈ ਬੱਲੂ ਨੇ ਜਦੋਂ ਇਹ ਬਚਨ ਕਹੇ ਤੇ ਉਸ ਮਾਂ ਨੂੰ ਇਹ ਯਕੀਨ ਵੱਜ ਗਿਆ ਕਿ ਮੇਰਾ ਪੁੱਤਰ ਸਵੇਰ ਨੂੰ ਗੁਰੂ ਅਮਰਦਾਸ ਜੀ ਜਿੰਦਾ ਕਰ ਦੇਣਗੇ। ਪਰ ਫਿਰ ਵੀ ਦਰਵਾਸਾ ਥੋੜਾ ਬਹੁਤਾ ਹੋਇਆ, ਟੂਸ਼ਨ ਹੋ ਕੇ ਥੋੜਾ ਚਿਰ ਬੈਠੀ ਰਹੀ। ਮਾਂ ਦਾ ਹਿਰਦਾ ਸੀ ਸੰਗਤ ਜੀ, ਤੇ ਫਿਰ ਆਪਣੇ ਪੁੱਤਰ ਦੀ ਲਾਸ਼ ਵੱਲ ਵੇਖ ਕੇ ਨਾ ਉੱਚੀ ਉੱਚੀ ਫਿਰ ਇਹਨੇ ਰੋਣਾ ਤੇ ਕਰਲਾਉਣਾ ਸ਼ੁਰੂ ਕਰ ਦਿੱਤਾ ਹੈ। ਉੱਚੀ ਕੂਕ ਸੋ ਤੇਰੇ ਅਪਕਾਰੀ, ਉਹ ਇਸਤਰੀ ਜਿਹੜੀ ਸੀ ਉੱਚੀ ਉੱਚੀ ਰੋ ਕਰਕੇ ਆਪਣੀ ਪੁਕਾਰ ਜਿਹੜੀ ਸੀ ਸੁਣਾ ਰਹੀ ਸੀ ਜੀ। ਕਰਨ ਲੱਗੀ ਬਿਰਲਾਪ ਕਨੇਰਾ, ਬਹੁਤ ਜ਼ਿਆਦਾ ਬਿਰਲਾਪ ਜਿਹੜਾ ਹੈ, ਰੁਦਨ ਜਿਹੜਾ ਹੈ ਕਰਨ ਲੱਗੀ ਹੈ ਜੀ। ਮੁਝੇ ਅਲੰਬ ਸਤਿਗੁਰ ਤੇਰਾ, ਕਹਿਣ ਲੱਗੇ ਹੈ ਧੰਨ ਗੁਰੂ ਅਮਰਦਾਸ ਜੀ, ਮੈਨੂੰ ਤਾਂ ਇੱਕ ਤੇਰਾ ਹੀ ਆਸਰਾ ਹੈ ਜੀ। ਸੁਤ ਬਿਨ ਮੇਰੋ ਕੋ ਜਗ ਨਾਹੀ, ਮੇਰੇ ਸੁੱਖਾਂ ਲੱਦੇ ਪੁੱਤਰ ਤੋਂ ਇਲਾਵਾ ਹੋਰ ਜਗਤ ਦੇ ਉੱਤੇ ਮੇਰਾ ਕਿਹੜਾ ਸਹਾਰਾ ਹੈ ਕੋਈ ਜੀ। ਇੱਕ ਪੁੱਤਰਾ ਮੈਂ ਸੰਕਟ ਮਾਹੀ, ਇੱਕੋ ਇੱਕ ਪੁੱਤਰ ਸੀ ਮੇਰਾ, ਉਹ ਵੀ ਪੁੱਤਰ ਹੈ ਗੁਰੂ ਅਮਰਦਾਸ ਜੀ, ਉਹ ਵੀ ਸੰਕਟ ਤੇ ਵਿਪਤਾ ਦੀ ਘੜੀ ਦੇ ਵਿੱਚ ਫਸਿਆ ਹੋਇਆ ਹੈ। ਸਰਨ ਆਪ ਕੀ ਆਨ ਰਹੇ ਹਮ, ਹੁਣ ਇਸ ਕਰਕੇ ਮੈਂ ਤੁਹਾਡੀ ਸ਼ਰਨ ਦੇ ਵਿੱਚ ਆਈ ਹਾਂ। ਪਿਆਰ ਨਾਲ ਆਖੋ ਸਤਨਾਮ ਸ੍ਰੀ। ਆਪਾਂ ਤੇ ਦੁਨਿਆਵੀ ਸੁੱਖਾਂ ਨੂੰ ਲੈਣ ਵਾਸਤੇ ਆਉਂਦੇ ਨਾ। ਦੇਖੋ ਮਾਂ ਦਾ ਅਕੀਦਾ ਕਿਹੋ ਜਿਹਾ ਹੈ। ਮਰੇ ਹੋਏ ਪੁੱਤਰ ਨੂੰ ਜਿੰਦਾ ਕਰਵਾਉਣ ਵਾਸਤੇ ਉਹ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਹੈ। ਕਹਿਣ ਲੱਗੇ ਹੇ ਗੁਰੂ ਅਮਰਦਾਸ ਜੀ, ਇਸ ਕਰਕੇ ਮੈਂ ਤੁਹਾਡੀ ਸ਼ਰਨ ਦੇ ਵਿੱਚ ਹਾਂ ਜੀ। ਇਸ ਕੀ ਲਾਜ ਵਿਚਾਰੋ ਔਰ ਤੁਮ, ਹੁਣ ਤੇਰੇ ਤੋਂ ਇਲਾਵਾ ਕੋਈ ਆਸਰਾ ਨਹੀਂ। ਇਹਦੀ ਲਾਜ, ਇਹਦੀ ਇੱਜ਼ਤ ਜਿਹੜੀ ਹੈ ਹੁਣ ਤੁਸੀਂ ਰੱਖਣਾ ਕਰੋ ਜੀ। ਹਾਏ ਹਾਏ ਕਹਿ ਕੂਕ ਪੁਕਾਰੇ, ਤੇ ਨਾਲ ਹੀ ਹਾਏ ਹਾਏ ਕੂਕ ਕੂਕ ਕੇ ਉੱਚੀ ਉੱਚੀ ਇਸ ਤਰ੍ਹਾਂ ਰੁਦਨ ਕਰਦੀ ਹੈ ਜੀ। ਸਿਰ ਕੇ ਬਾਹਰ ਉਖਾੜੇ, ਸਿਰ ਦੇ ਵਾਲ ਵੀ ਨਾਲ ਨਾਲ ਆਪਣੇ ਉੱਚੀ ਉੱਚੀ ਰੋਂਦਿਆਂ ਪੁੱਟੀ ਜਾ ਰਹੀ ਹੈ ਜੀ। ਤਬ ਬੱਲੂ ਨਿਆਣ ਸੁਨਾਈ, ਉਦੋਂ ਸਮਰੱਥ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੂੰ ਭਾਈ ਬੱਲੂ ਨੇ ਇਹ ਸਾਰੀ ਵਾਰ ਤਰਲਾਪ ਆ ਕੇ ਦੱਸਣੀ ਕੀਤੀ ਹੈ ਜੀ। ਸ੍ਰੀ ਪ੍ਰਭੂ ਮੈਂ ਕਿਉ ਬਹੁ ਸਮਝਾਈ, ਕਹਿਣ ਲੱਗੇ ਧੰਨ ਗੁਰੂ ਅਮਰਦਾਸ ਜੀ, ਮੈਂ ਉਸ ਬਿਰਧ ਮਾਤਾ ਨੂੰ ਬੜੀ ਵਾਰ ਸਮਝਾਇਆ ਹੈ। ਸੁਣਤ ਰੁਦਨ ਪੁਨ ਕਰਤ ਕਨੇਰਾ, ਉਹਨੇ ਮੇਰੀ ਗੱਲ ਤਾਂ ਸੁਣ ਲਈ, ਥੋੜੇ ਸਮੇਂ ਲਈ ਚੁੱਪ ਹੋ ਗਈ, ਪਰ ਪੁੱਤਰ ਦਾ ਦੁੱਖ ਦੇਖ ਨਾ ਸਕੀ। ਪਾਤਸ਼ਾਹ ਉਹ ਫਿਰ ਬੜਾ ਉੱਚੀ ਉੱਚੀ ਰੋ ਤੇ ਕੁਰਲਾ ਰਹੀ ਹੈ ਜੀ। ਵਿਧਵਾ ਪੁੱਤਰ ਮਰੋ ਤਰ ਗੇੜਾ, ਕਿਉਂਕਿ ਉਹ ਵਿਧਵਾ ਸੀ ਆਪ ਤੇ ਉਹਦਾ ਇੱਕੋ ਇੱਕ ਪੁੱਤਰ ਸੀ ਜਿਹੜਾ ਉਹ ਮਰ ਗਿਆ ਹੈ ਜੀ। ਤਬ ਕਿਰਪਾਲ ਨਿਕਸੇ ਨਿਜ ਦਵਾਰੇ, ਹੁਣ ਮਿਹਰਾਂ ਦੇ ਸਾਈਂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਇਸ ਬੱਚੇ ਦੀ ਕਲਿਆਣਤਾ ਵਾਸਤੇ ਆਪਣੇ ਕਕਸ਼ ਦਰਬਾਰ ਦੇ ਵਿੱਚੋਂ ਬਾਹਰ ਆਉਣਾ ਕਰਦੇ ਹਨ ਜੀ। ਗਏ ਤਾਂ ਜੇ ਰੁਦਨ ਉਚਾਰੇ, ਉਸ ਅਸਥਾਨ ਤੇ ਪਹੁੰਚੇ ਜਿੱਥੇ ਦਰਬਾਰ ਦੇ ਬਾਹਰਵਾਰ ਆਪਣੇ ਪੁੱਤਰ ਦੀ ਲਾਸ਼ ਦੇ ਸਾਹਮਣੇ ਬੈਠ ਕਰਕੇ ਮਾਂ ਜਿਹੜੀ ਸੀ ਰੋ ਰਹੀ ਸੀ ਜੀ। ਨਿਜ ਪਗ ਪੰਕਜ ਸੀਸ ਸੁਹਾਵੋ, ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਆਪਣਾ ਚਰਨ ਜਿਹੜਾ ਹੈ ਉਹ ਮਰੇ ਹੋਏ ਪੁੱਤਰ ਦੇ ਸਰੀਰ ਦੇ ਨਾਲ ਜਿਹੜਾ ਹੈ ਸੁਹਾਉਣਾ ਕੀਤਾ ਹੈ ਜੀ। ਮਿਰਤਕ ਬਾਲ ਤਤਕਾਲ ਜੀਵਾਵ, ਤੇ ਉਹ ਮੋਇਆ ਬਾਲਕ ਜਿਹੜਾ ਹੈ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਉਹ ਪਾਵਨ ਪਵਿੱਤਰ ਚਰਨ, ਜਿਸ ਚਰਨ ਕਮਲ ਦੇ ਵਿੱਚ ਪਦਮ ਹੈ, ਜਿਸ ਚਰਨ ਕਮਲ ਨੂੰ ਸਿੱਧ ਜਿਹੜੇ ਨੇ ਲੋਚਦੇ ਨੇ, ਜਿਸ ਚਰਨ ਕਮਲ ਨੂੰ ਜਿਹੜੀਆਂ ਦੇਵੀਆਂ ਤੇ ਦੇਵਤੇ ਹਨ ਉਹ ਵੀ ਆ ਕਰਕੇ ਪ੍ਰਦਖਣਾ ਕਰਦੇ ਨੇ, ਜਿਸ ਚਰਨ ਕਮਲ ਦੇ ਵਿੱਚ ਜਿਹਨੂੰ ਭਾਈ ਜਾਲ ਭੱਟ ਜੀ ਕਹਿੰਦੇ ਨੇ, ਜਾਲਪਾ ਪਦਾਰਥ ਇਤੜੇ ਗੁਰ ਅਮਰਦਾਸ ਡਿੱਠੇ ਮਿਲੇ, ਉਹ ਚਰਨ ਪਦਮ ਜਦੋਂ
ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਉਸ ਬਾਲਕ ਦੇ ਨਾਲ ਜਿਹੜੇ ਸਰੀਰ ਨੂੰ ਸੁਹਾਉਣਾ ਹੋਇਆ, ਕਵੀ ਰਾਜ ਜੀ ਕਹਿ ਰਹੇ ਨੇ, ਇਹ ਦੁਨੀਆ ਦੇ ਲੋਗੋ ਸੁਣਨਾ ਕਰੋ, ਕਿੰਨੀ ਕੇ ਬਖਸ਼ਿਸ਼ ਹੈ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਘਰ ਦੇ ਅੰਦਰ। ਸਿਰਫ ਆਪਣਾ ਚਰਨ ਉਸ ਸਰੀਰ ਦੇ ਨਾਲ ਸੁਹਾਉਣਾ ਕੀਤਾ ਹੈ ਤੇ ਉਹ ਮਰਿਆ ਹੋਇਆ ਪੁੱਤਰ ਜਿਹੜਾ ਸੀ ਉਹ ਜਿੰਦਾ ਹੋ ਗਿਆ। ਬਾਣੀ ਕਹਿੰਦੀ ਸਤਿਗੁਰ ਮੇਰਾ ਮਾਰ ਜਿਵਾਲੈ, ਸਤਿਗੁਰ ਮੇਰਾ ਸਦਾ ਪ੍ਰਤਪਾਲੇ। ਉਹ ਮਾਲਕ ਦੇ ਘਰ ਦੀ ਵਡਿਆਈ ਹੈ ਜੀ। ਸੁਤ ਸਮੇਤ ਕਰ ਗੁਰ ਕੋ ਬੰਧਨ। ਹੁਣ ਪੁੱਤਰ ਜਿੰਦਾ ਹੋ ਗਿਆ ਤੇ ਹਿਰਦੇ ਦੇ ਵਿੱਚ ਚਾਹ ਚੜ ਗਿਆ। ਆਪਣੇ ਪੁੱਤਰ ਨੂੰ ਨਾਲ ਲੈ ਕਰਕੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੂੰ ਬੰਦਨਾ ਕੀਤੀ ਹੈ। ਗਮਨੀ ਸਦਨ ਸੰਗ ਕਰ ਨੰਦਨ। ਆਪਣੇ ਪੁੱਤਰ ਨੂੰ ਨਾਲ ਲੈ ਕਰਕੇ ਨਮਸਕਾਰ ਕਰਕੇ ਦੋਨੋਂ ਮਾਂ ਪੁੱਤਰ ਜਿਹੜੇ ਆਪਣੇ ਘਰ ਨੂੰ ਵਾਪਸੀ ਕੀਤੀ ਹੈ ਜੀ। ਸਿਰ ਗੁਰ ਅੰਬਰ ਗਏ ਨਿਜ ਥਾਨ। ਇਸ ਵਾਕਿਆ ਤੋਂ ਬਾਅਦ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਆਪਣੇ ਨਿਜ ਕਕਸ਼ ਦੇ ਵਿੱਚ ਜਾਣਾ ਕੀਤਾ ਹੈ ਜੀ। ਬੱਲੂ ਸੋਇ ਸਰੀਤ ਬਖਾਨਾ। ਤੇ ਭਾਈ ਬੱਲੂ ਨੂੰ ਨਾ ਧੰਨ ਗੁਰੂ ਅਮਰਦਾਸ ਜੀ ਨੇ ਕੋਲ ਬੁਲਾਇਆ। ਕਹਿਣ ਲੱਗੇ, ਭਾਈ ਬੱਲੂ ਨੂੰ ਇਸ ਤਰ੍ਹਾਂ ਬਚਨ ਕਰਨ ਲੱਗੇ ਹਨ ਜੀ। ਮੇਰੇ ਤੱਕ ਜਵਾਵਣ ਭਲੀ ਨਾ ਬਾਤ। ਕਹਿਣ ਲੱਗੇ, ਭਾਈ ਬੱਲੂ ਸਾਡਾ ਹਿਰਦਾ ਕਹਿੰਦਾ ਹੈ ਕਿ ਉਹ ਕੋਈ ਮੌਤ ਹੋ ਜਾਵੇ ਤੇ ਉਸ ਸਰੀਰ ਨੂੰ ਜਿੰਦਾ ਜਿਹੜਾ ਕਰਨਾ ਹੈ ਨਾ, ਇਹ ਗੁਰੂ ਆਂਛੇ ਦੇ ਖਿਲਾਫ ਹੈ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਾਈ ਬੱਲੂ ਮਰਿਆਂ ਨੂੰ ਜਿੰਦਾ ਕਰਨਾ ਉਸ ਰੱਬ ਅਕਾਲ ਪੁਰਖ ਵਾਹਿਗੁਰੂ ਜੀ ਦੀ ਖਲਕਤ ਦੇ ਵਿੱਚ ਜਿਹੜਾ ਹੈ ਉਹ ਨਿਆਂ ਨਹੀਂ ਹੈ, ਉਹਦੇ ਹੁਕਮ ਦੇ ਵਿੱਚ ਅਦੂਲੀ ਹੈ। ਇਸ ਤਰ੍ਹਾਂ ਭਾਈ ਬੱਲੂ ਨੂੰ ਇਹ ਪਿਆਰੇ ਬਚਨ ਕਹਿ ਰਹੇ ਹਨ। ਜਾਤੇ ਅਬ ਇਸ ਤੇ ਉਪਰਾਤ। ਹੁਣ ਇਸ ਕਰਕੇ ਅਸੀਂ ਇਸ ਕੰਮ ਤੋਂ ਹੁਣ ਜਿਹੜੇ ਹਾਂ ਉਪਰਾਮ ਰਹਾਂਗੇ। ਨਰ ਤਰੇ ਮਿਰਤ ਹੋਏ ਕਬ ਨਾਹੀ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜਿਨ੍ਹਾਂ ਦਾ ਤੁਸੀਂ ਜੀਵਨ ਬਿਰਤਾਂਤ ਸੁਣ ਰਹੇ ਹੋ ਨਾ ਸੰਗਤ ਜੀ, ਕਿੰਨੀ ਕੇ ਕਿਰਪਾ ਉਹਨਾਂ ਨੇ ਗੋਂਦਵਾਲ ਸਾਹਿਬ ਜੀ ਦੀ ਧਰਤੀ ਤੇ ਵਰਸਾਈ ਹੈ। ਕਵੀ ਰਾਜ ਜੀ ਕਹਿੰਦੇ ਪਏ ਨੇ ਕਿ ਨਰ ਤ੍ਰੈ ਮਿਰਤਕ ਹੋਏ ਕਬ ਨਾਹੀ। ਗੁਰੂ ਅਮਰਦਾਸ ਜੀ ਉਸ ਸਮੇਂ ਤੋਂ ਬਾਅਦ ਜਿੰਨਾ ਟਾਈਮ ਵੀ ਜਿਹੜਾ ਸੀ ਗੋਇੰਦਵਾਲ ਸਾਹਿਬ ਜੀ ਦੀ ਧਰਤੀ ਤੇ ਉਹਨਾਂ ਨੇ ਆਪਣੇ ਚਰਨ ਪਸਰੇ, ਉੱਥੇ ਕਿਸੇ ਦੀ ਵੀ ਜਿਹੜੀ ਉਸ ਦਿਨ ਤੋਂ ਬਾਅਦ ਮੌਤ ਜਿਹੜੀ ਹੈ ਨਹੀਂ ਹੋਈ ਜੀ। ਜਬ ਲਗ ਤਨ ਤਰ ਹਮ ਪੁਰ ਮਾਹੀ। ਕਹਿਣ ਲੱਗੇ, ਭਾਈ ਬੱਲੂ ਜਿੰਨਾ ਚਿਕਰ ਸਾਡਾ ਤਨ ਇਸ ਧਰਤੀ ਦੇ ਉੱਤੇ ਹੈ ਨਾ, ਭਾਵ ਗੋਇੰਦ ਸਾਹਿਬ ਵਾਲ ਦੇ ਵਿੱਚ ਆਪਾਂ ਜਿੰਨਾ ਚਿਕਰ ਵਾਸਾ ਕਰਾਂਗੇ, ਉਹਨਾਂ ਚਿਕਰ ਇਸ ਧਰਤੀ ਦੇ ਉੱਤੇ ਕਿਸੇ ਮਾਂ ਦਾ ਜਵਾਨ ਪੁੱਤਰ ਕੀ ਇਸ ਗੋਂਦਵਾਲ ਸਾਹਿਬ ਨਗਰ ਦੇ ਅੰਦਰ ਕਿਸੇ ਵੀ ਪ੍ਰਕਾਰ ਦੀ ਕੋਈ ਮੌਤ ਜਿਹੜੀ ਹੈ ਨਹੀਂ ਹੋਵੇਗੀ ਜੀ। ਜਮ ਕੋ ਠਾਕ ਦਿਓ ਤਿਸ ਕਾਲ। ਉਸੇ ਸਮੇਂ ਜਮਾ ਨੂੰ ਜਿਹੜਾ ਹੈ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਠਾਕ ਦਿੱਤਾ, ਭਾਵ ਰੋਕ ਦਿੱਤਾ ਹੈ ਜੀ। ਜੋ ਸਭ ਜੀਵਨ ਕਰਤੋ ਕਾਲ। ਜੋ ਸਾਰਿਆਂ ਨੂੰ ਮੌਤ ਦੇ ਘਾਟ ਬੁਲਾਉਂਦੇ ਸਨ ਜੀ। ਗੋਇੰਦ ਬਾਲ ਵਿਖੇ ਨੇ ਆਵੋ। ਇੱਕ ਵਚਨ ਕਹਿ ਦਿੱਤੇ ਐ ਜਮ ਲੋਗੋ, ਤੁਸੀਂ ਗੋਇੰਦਵਾਲ ਸਾਹਿਬ ਜੀ ਦੀ ਧਰਤੀ ਤੇ ਕਦਮ ਨਹੀਂ ਰੱਖਣਾ ਜਿੰਨਾ ਚਿਰ ਅਸੀਂ ਇਸ ਧਰਤੀ ਤੇ ਚਰਨ ਪਾਏ ਹਨ ਜੀ। ਇਸ ਕੇ ਪ੍ਰਾਨ ਨਹੀਂ ਬਿਨਸਾਵੋ। ਕਿਸੇ ਦੇ ਵੀ ਪ੍ਰਾਨ ਤੁਸੀਂ ਜਿਹੜੇ ਨੇ ਹਰਨੇ ਨਹੀਂ ਹਨ, ਭਾਵ ਕਿਸੇ ਨੂੰ ਮੌਤ ਦੇ ਚੁੰਗਲ 'ਚ ਫਸਾਉਣਾ ਨਹੀਂ ਹੈ ਜੀ। ਦੋਏ ਵੀ ਸੰਮਤ ਲੋ ਸਤਿਗੁਰ। ਧੰਨ ਗੁਰੂ ਅਮਰਦਾਸ ਜੀ ਮਹਾਰਾਜ 62 ਸਾਲ ਦੀ ਉਮਰ ਦੇ ਵਿੱਚ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਦੇ ਵਿੱਚ 12 ਸਾਲ ਦੀ ਕਠਨ ਸੇਵਾ ਉਪਰੰਤ 22 ਸਾਲ ਉਹ ਗੁਰਤਾ ਗੱਦੀ ਤੇ ਬਿਰਾਜੇ। ਉਹ ਬਚਨ ਆ ਰਹੇ ਨੇ, ਦੋਏ 20 ਤੇ 2 ਭਾਵ 20 ਤੇ 2 22
ਆਂਦੇ 22 ਸਾਲ ਧੰਨ ਗੁਰੂ ਅਮਰਦਾਸ ਜੀ ਗੁਰਤਾ ਗੱਦੀ ਤੇ ਸੁਭਾਈਮਾਨ ਰਹੇ ਜੀ। ਨੇਗਾ ਜੀਵ ਬਸਤ ਪਏ ਪੋਰ, ਜਿਹੜੇ ਗੋਇੰਦਵਾਲ ਸਾਹਿਬ ਜੀ ਦੀ ਧਰਤੀ ਤੇ ਉਸ ਗੱਦੀ ਦੇ ਮਾਲਕ ਬਣ ਕੇ ਰਹਿੰਦੇ ਸਨ ਜੀ। ਤਬ ਲੋ ਇਸਤਰੀ ਪੂਰਖ ਆਨੰਦੇ, ਫਿਰ ਜਿੰਨਾ ਚਿਰ ਆਂਦੇ ਧੰਨ ਗੁਰੂ ਅਮਰਦਾਸ ਜੀ ਇਸ ਨਗਰ ਦੇ ਵਿੱਚ ਰਹੇ, ਉਹਨਾਂ ਚੱਕਰ ਇੱਥੋਂ ਦੇ ਇਸਤਰੀ ਹੋਣ ਭਾਵੇਂ ਮਰਦ ਹੋਣ ਉਹ ਸਾਰੇ ਜੀ ਕਿਸਕੇ ਨੇ ਜਬ ਪ੍ਰਾਨ ਨ ਕੰਦੇ, ਕਿਸੇ ਦੇ ਵੀ ਪ੍ਰਾਨਾਂ ਨੂੰ ਜਮ ਨੇ ਆ ਕੇ ਜਿਹੜਾ ਹੈ ਉਹ ਹਿਰਨਾ ਨਹੀਂ ਕੀਤਾ ਜੀ। ਜੁਤ ਪਰਿਵਾਰ ਬਸੇ ਸੁਖ ਪਾਈ, ਜਿੰਨੇ ਵੀ ਉਸ ਨਗਰ ਦੇ ਵਿੱਚ ਪਰਿਵਾਰ ਵਸਦੇ ਨੇ ਹੁਣ ਉਹ ਸਾਰੇ ਸੁੱਖਾਂ ਦਾ ਆਨੰਦ ਮਾਣ ਰਹੇ ਹਨ ਜੀ। ਜਮ ਕੋ ਤਰਾਸ ਦਿਓ ਬਿਸਰਾਈ, ਜਮਾਂ ਦਾ ਡਰ ਉਹਨਾਂ ਦੇ ਹਿਰਦਿਆਂ ਦੇ ਵਿੱਚੋਂ ਧੰਨ ਗੁਰੂ ਅਮਰਦਾਸ ਜੀ ਨੇ ਫੁਰ ਕਰ ਦਿੱਤਾ ਹੈ ਜੀ। ਅਚਰਜ ਚਰਿਤ ਗੁਰੂ ਕੇ ਮਾਹ, ਇਹ ਅਚਰਜ ਰੀਤ ਜਿਹੜੀ ਸੀ ਗੋਇੰਦਵਾਲ ਸਾਹਿਬ ਜੀ ਦੀ ਧਰਤੀ ਦੇ ਉੱਤੇ ਚੱਲ ਪਈ ਸੀ ਜੀ। ਜੀਵਕ ਬਰੇ ਤੇਲ ਨਹੀਂ ਜਾਹ, ਆਂਦੇ ਕਿੰਨੇ ਕੇ ਵੱਡੇ ਸਮਰੱਥ ਹਨ ਗੁਰੂ ਅਮਰਦਾਸ ਜੀ, ਧਿਆਨ ਦੇਣਾ। ਕਵੀ ਰਾਜ ਜੀ ਹੁਣ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਉਪਮਾ ਕਰਨ ਲੱਗੇ ਹਨ। ਕਹਿਣ ਲੱਗੇ ਉਹਨਾਂ ਨੇ ਜਮਾਂ ਨੂੰ ਕਹਿ ਦਿੱਤਾ ਕਿ ਜਿੱਥੇ ਅਸੀਂ ਹੋਈਏ, ਜਿੱਥੇ ਗੁਰੂ ਨਾਨਕ ਦੀ ਘਰ ਦੀ ਵਡਿਆਈ ਹੋਵੇ, ਉੱਥੇ ਤੁਸੀਂ ਆਪਣਾ ਜਿਹੜਾ ਹੈ ਪ੍ਰਤਾਪ ਜਿਹੜਾ ਹੈ ਉਹ ਨਹੀਂ ਦਿਖਾਉਣਾ। ਤੇ ਆਪਾਂ ਬਾਣੀ 'ਚ ਪੜ੍ਹਦੇ ਹਾਂ, ਪ੍ਰਤਾਪ ਤੁਮਾਰਾ ਦੇਖ ਕੇ ਜਮ ਦੂਤ ਛੱਡ ਜਾਹੇ। 22 ਸਾਲ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਆਪਣੇ ਜੀਵਨ ਕਾਲ ਦੇ ਅੰਦਰ ਗੁਰਤਾ ਤੇ ਬਿਰਾਜਮਾਨ ਰਹੇ। ਉਹਨਾਂ ਦੇ ਜੀਵਨ ਕਾਲ ਦੇ ਅੰਦਰ ਕਿਸੇ ਵੀ ਮਾਂ ਦਾ ਜਵਾਨ ਪੁੱਤਰ ਜਿਹੜਾ ਹੈ ਉਹ ਮਰਿਆ ਨਹੀਂ। ਪ੍ਰਿੰਸੀਪਲ ਸਤਬੀਰ ਸਿੰਘ ਜੀ ਪੁਸਤਕ ਜਿਹੜਾ ਹੈ ਉਹਦੇ ਵਿੱਚ ਲਿਖਦੇ ਹਨ ਕਿ 22 ਸਾਲਾਂ ਦੇ ਵਿੱਚ ਕੋਈ ਵੀ ਜਵਾਨ ਪੁੱਤਰ ਦੀ ਗੋਇੰਦਵਾਲ ਸਾਹਿਬ ਜੀ ਦੀ ਧਰਤੀ ਤੇ ਮੌਤ ਜਿਹੜੀ ਹੈ ਉਹ ਨਹੀਂ ਹੋਈ। ਇਹੋ ਜਿਹੇ ਮਹਾਨ ਗੁਰੂ, ਸਮਰੱਥ ਗੁਰੂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਆਪ ਜੀ ਜੀਵਨ ਬਿਰਤਾਂਤ ਜਿਹੜਾ ਹੈ ਸਰਵਣ ਕਰ ਰਹੇ ਹੋ ਜੀ। ਕਿਸ ਤਰ੍ਹਾਂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਵਡਿਆਈ ਦੇ ਵਿੱਚ ਕਵੀ ਰਾਜ ਜੀ ਜਿਹੜੇ ਨੇ ਸ਼ਬਦ ਕਹਿ ਰਹੇ ਨੇ। ਅੱਗੇ ਕਿਸ ਤਰ੍ਹਾਂ ਬਾਦਸ਼ਾਹ ਅਕਬਰ ਜਿਹੜਾ ਹੈ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੂੰ ਸਿਜਦਾ ਕਰਨ ਵਾਸਤੇ ਲਾਹੌਰ ਤੋਂ ਚੱਲ ਕੇ ਗੋਇੰਦਵਾਲ ਸਾਹਿਬ ਜੀ ਦੀ ਧਰਤੀ ਤੇ ਪਹੁੰਚ ਰਿਹਾ ਹੈ, ਉਹ ਸਾਰੀ ਗਾਥਾ ਆਉਣ ਵਾਲੇ ਦੀਵਾਨਾਂ ਦੇ ਵਿੱਚ ਆਪ ਜੀ ਸਰਵਣ ਕਰੋਗੇ ਜੀ। ਕੱਲ ਦਾ ਜੋ ਪਾਵਨ ਪਵਿੱਤਰ ਦਿਹਾੜਾ ਆ ਰਿਹਾ ਹੈ, ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਉਹ ਮਹਾਨ ਦਿਹਾੜਾ ਹੈ, ਜਿਸ ਦਿਨ ਉਹਨਾਂ ਨੇ ਸਰਹੰਦ ਦੀ ਇੱਟ ਦੇ ਨਾਲ ਇੱਟ ਖੜਕਾ ਕਰਕੇ ਸਰਹੰਦ ਨੂੰ ਜਿਹੜਾ ਸੀ ਫਤਿਹ ਕੀਤਾ। ਉਸ ਤੋਂ ਅਗਲਾ ਦਿਨ ਜੋ ਪਰਸੋਂ ਦਾ ਹੈ, ਮੀਰੀ ਪੀਰੀ ਦੇ ਮਾਲਕ ਜਿੱਥੇ ਤੁਸੀਂ ਬਿਰਾਜਮਾਨ ਹੋ ਇਸ ਪਾਵਨ ਪਵਿੱਤਰ ਦਰਬਾਰ ਦੇ ਅੰਦਰ, ਉਹ ਮਹਾਨ ਗੁਰੂ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ। ਉਹ ਇਹੋ ਜਿਹੇ ਬਲਸ਼ਾਲੀ ਯੋਧੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦਾ ਪਰਸੋਂ ਨੂੰ ਜਿਹੜਾ ਹੈ ਗੁਰਤਾ ਗੱਦੀ ਗੁਰਪੁਰਬ ਜਿਹੜਾ ਹੈ ਉਹ ਵੀ ਆ ਰਿਹਾ ਹੈ ਜੀ। ਇਹਨਾਂ ਦੋਨਾਂ ਦਿਨਾਂ ਦੇ ਅੰਦਰ ਜਿੱਥੇ ਅਸੀਂ ਗੁਰ ਇਤਿਹਾਸ ਨੂੰ ਸਰਵਣ ਕਰਾਂਗੇ, ਇਤਿਹਾਸ ਦੇ ਇਹਨਾਂ 94 ਪੱਖਾਂ ਨੂੰ ਵੀ ਥੋੜਾ ਬਹੁਤਾ ਆਪ ਜੀ ਦੇ ਸੁਬੁਰਦ ਕਰਨ ਦਾ ਯਤਨ ਕਰਾਂਗੇ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਭੁੱਲਾਂ ਚੁੱਕਾਂ ਦੀ ਖਿਮਾ ਆਓ ਸਮਾਪਤੀ ਕਰੀਏ। हे अच्युत हे पार ब्रह्म अविनाशी अविनाश, हे पूरन हे सर्व में दुख भंजन गुणतास, हे संगी हे निरंकार हे निर्गुण सब टेक, हे गोविंद हे गुण निधान जंक सदा विवेक, हे परम्पर हर हरे है बिहोवन हार, हे संत के सदा संग निधार आधार, हे ठाकुर हो दास रो मैं निर्गुण गुण नहीं कोई।